ਹੋਰ ਭੜਕਾਣਾ ਕਿਸ ਨੂੰ ਕਿਹਾ ਜਾਂਦਾ ਫਿਰ, ਠੀਕ ਹੈ ਨਾ। ਛੋਟੀ ਛੋਟੀ ਗੱਲਾਂ ਦੇ ਤਾਂ ਇੱਥੇ ਆਪਾਂ ਬੈਨ ਕਰ ਦਿੰਦੇ। ਲੇਕਿਨ ਜਿਹੜਾ ਤੁਸੀਂ ਇੱਕ ਸਵਾਲ ਪੁੱਛਿਆ ਉਹ ਬੜਾ ਇੰਪੋਰਟੈਂਟ ਮੈਂ ਇਸ ਵਾਸਤੇ ਮੰਨਦਾ ਹੈ ਕਿ ਖਾਲਿਸਤਾਨੀ ਕੌਣ ਹੈ। ਇਹ ਬੜਾ ਇੱਕ ਇੰਪੋਰਟੈਂਟ ਪੁਆਇੰਟ ਹੈ ਇੱਥੇ, ਜਿਹਨੂੰ ਬਾਰ-ਬਾਰ, ਕਿਉਂਕਿ ਇਹਨਾਂ ਨੇ ਤਾਂ ਸਭ ਨੂੰ ਇਕੱਠਾ ਕਰਤਾ ਨਾ, ਖਾਲਿਸਤਾਨੀ ਹੋ ਹਨਾ, ਉਹਦੇ 'ਚ ਸਾਰਾ ਸੀ। ਪੰਜਾਬ ਦੀ ਹਿਸਟਰੀ ਵਿੱਚ ਜਾਣਾ ਪੈਣਾ ਹੈ। 47 ਦੇ ਤੁਸੀਂ ਆਓ, ਉਸ ਤੋਂ ਪਹਿਲਾਂ ਜਾਣਾ ਪੈਣਾ ਹੈ। ਹਾਂ ਬਿਲਕੁਲ। 46 45 ਰਾਵਲਪਿੰਡੀ 'ਚ ਦੰਗੇ ਹੋ ਰਹੇ ਸੀ। ਦੰਗਾ ਸੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ। ਮਾਸਟਰ ਤਾਰਾ ਸਿੰਘ ਵਾਜ਼ ਲੀਡਰ। ਹਾਲਾਤ ਬੜੇ ਡਿਫਰੈਂਟ ਸੀ। ਅੱਜ ਲੋਕਾਂ ਨੂੰ ਸਮਝ ਨਹੀਂ ਆਉਂਦੀ, ਮਾਡਰਨ ਜਨਰੇਸ਼ਨ ਨੂੰ ਪਤਾ ਨਹੀਂ ਕਿ ਪੰਜਾਬ ਦੀ ਜਿਹੜੀ ਸਿੱਖ ਹੋਮਲੈਂਡ ਦੀ ਡਿਮਾਂਡ ਹੈ ਕੀ, ਸਿੱਖ ਸਟੇਟ ਦੀ ਡਿਮਾਂਡ ਕਿੱਥੋਂ ਆਈ ਸੀ। ਸੋ ਜਦੋਂ ਮੁਸਲਮਾਨਾਂ ਦੇ ਤੇ ਸਿੱਖਾਂ ਦੇ ਦੰਗੇ ਰਾਵਲਪਿੰਡੀ 'ਚ ਹੋ ਰਹੇ ਹੁੰਦੇ ਨੇ, ਆਈ ਐਮ ਟਾਕਿੰਗ ਪ੍ਰੀ ਪਾਰਟੀਸ਼ਨ, ਉਸ ਤੋਂ ਬਾਅਦ ਪਾਰਟੀਸ਼ਨ ਦੀ ਸਟੇਜ ਆਉਂਦੀ ਹੈ। ਸਿੱਖਾਂ ਦੇ ਲੀਡਰਸ਼ਿਪ ਕੋਲ predominantly led by Master Tara Singh the choice was either to go with Pakistan or to go with India or to have a buffer state. ਕੁਝ ਲੋਕਾਂ ਨੇ ਉਸ ਵਕਤ ਸਲਾਹ ਦਿੱਤੀ ਵੀ ਕਿ ਇੱਕ ਬਫਰ ਸਟੇਟ ਹੋਵੇ ਤਾਂ ਕਿ ਸਿੱਖਾਂ ਦੀ ਇੱਕ ਆਪਣੀ ਆਇਡੈਂਟੀਟੀ ਹੈ, ਇੱਕ ਨਿਵੇਕਲਾ ਆਪਣੀ ਪਛਾਣ ਹੈ। ਸੋ ਦੇ ਸ਼ੁੱਡ ਹੈਵ देयर ओन state just like Pakistan was getting their Islamic Republic. ਲੇਕਿਨ for certain reasons ਕੁਝ ਐਸੇ ਵਾਅਦੇ ਕੀਤੇ ਗਏ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ, ਸਰਦਾਰ ਪਟੇਲ, ਕੰਸੋਲੀਡੇਸ਼ਨ ਹੋਈ, ਸਿੱਖਾਂ ਨੂੰ ਇਹ ਵਾਅਦੇ ਕੀਤੇ ਗਏ। ਐਂਡ ਕਿਉਂਕਿ ਮੁਸਲਮਾਨਾਂ ਦੇ ਨਾਲ ਇੱਕ ਦੰਗੇ ਚੱਲਦੇ ਪਏ ਸੀਗੇ ਰਾਵਲਪਿੰਡੀ ਦੇ ਵਿੱਚ, ਸੋ ਦੇਅਰ ਐਕਸਪੀਰੀਅੰਸ ਆਫ ਦ ਸਿੱਖਸ ਵਾਸ ਨਾਟ ਵੈਰੀ ਫੁੱਲ ਆਫ ਕੌਨਫੀਡੈਂਸ। ਸੋ ਅੱਜ ਬਹੁਤ ਲੋਕ ਕਹਿੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ, ਦ ਪੀਪਲ ਹੂ ਡੋਂਟ ਨੋ ਹਿਸਟਰੀ, ਉਹ ਕਹਿੰਦੇ ਨੇ ਕਿ ਤੁਸੀਂ ਪਾਕਿਸਤਾਨ ਦੇ ਨਾਲ ਚੱਲ ਸਕਦੇ ਸੀ, ਹਿੰਦੁਸਤਾਨ ਦੇ ਨਾਲ ਕਿਉਂ ਹੈ? ਕਿਉਂਕਿ ਅੱਜ ਹਿੰਦੁਸਤਾਨ 'ਚ ਰਹਿ ਕੇ ਇੰਡੀਆ ਦੇ ਨਾਲ ਆਈ ਮੀਨ ਹੈ ਤਾਂ ਕੁਝ ਵੀ ਨਹੀਂ, ਕੱਲ ਬਹੁਤ ਚੰਗਾ ਭਾਈਚਾਰਾ ਹੈ। ਲੇਕਿਨ ਜੇ ਤੁਸੀਂ ਮੰਨਦੇ ਹੋ ਵੀ ਥੋੜਾ ਬਹੁਤ ਧਰਮ ਦਾ ਇੱਕ ਆਪਸ ਦੇ ਵਿੱਚ ਇੱਕ ਵਖਰੇਵਾਂ ਹੈ, ਤਾਂ ਉਹਦੇ 'ਚ ਕੋਈ ਐਸੀ ਗੱਲ ਤਾਂ ਕੋਈ ਹੋਈ ਨਹੀਂ ਐਕਸੈਪਟ ਫॉर 2-4 ਇੰਸਟੈਂਸਸ ਜਿਸ ਕਿ 1984 ਦਾ ਕਤਲੇਆਮ ਹੋਇਆ। ਲੇਕਿਨ ਜਦੋਂ ਤੁਸੀਂ 46 47 ਨੂੰ ਦੇਖਦੇ ਹੋ, ਉਸ ਵਕਤ ਸਿੱਖ ਲੀਡਰਸ਼ਿਪ ਕੋਲ ਚੋਇਸਿਸ ਲਿਮਿਟਡ ਸੀ। ਸੋ ਦੇ ਡਿਸਾਈਡਡ ਕਿ ਓਕੇ ਲੈਟਸ ਸਟੇ ਵਿਦ ਇੰਡੀਆ। ਐਂਡ ਸੈਕੰਡਲੀ ਇਹ ਵੀ ਇਹਨਾਂ ਨੂੰ ਪ੍ਰੋਮਿਸ ਕੀਤਾ ਗਿਆ ਵੀ ਤੁਹਾਨੂੰ ਅਸੀਂ ਇੱਕ ਅਜਿਹਾ ਜ਼ੋਨ ਦੇਵਾਂਗੇ ਜਿਸ ਦੇ ਵਿੱਚ ਤੁਹਾਡੀ ਆਪਣੀ ਭਾਸ਼ਾ, ਸੱਭਿਆਚਾਰ, ਸੰਸਕ੍ਰਿਤੀ, ਕਲਚਰ, ਸਿਵਲਾਈਜੇਸ਼ਨ ਵਿਲ ਬੀ ਪ੍ਰੋਟੈਕਟਡ। देयर ਵਿਲ ਬੀ ਸਪੈਸ਼ਲ ਸਟੇਟਸ ਜਿਵੇਂ ਜੰਮੂ ਕਸ਼ਮੀਰ ਨੂੰ ਮਿਲਿਆ, ਤੇ ਇਹ ਦੇ ਕੰਸੀਡਡ। ਉਸ ਤੋਂ ਬਾਅਦ 1947 ਤੋਂ ਲੈ ਕੇ 1950 ਤੱਕ ਦੇ ਸਟਾਰਟਡ ਡਿਮਾਂਡਿੰਗ, ਐਂਡ ਦੈਟ ਵਾਸ ਦ ਟਾਈਮ ਵੈਨ ਜਵਾਹਰ ਲਾਲ ਨਹਿਰੂ ਐਂਡ ਇੰਡੀਅਨ ਲੀਡਰਸ਼ਿਪ ਬੈਕਡ ਆਊਟ। ਉਹ ਪਿੱਛੇ ਹਟ ਗਏ ਆਪਣੇ ਵਾਅਦਿਆਂ ਤੋਂ। ਉਸ ਤੋਂ ਬਾਅਦ 1950 ਤੋਂ ਬਾਅਦ ਤਕਰੀਬਨ 16 ਸਾਲ ਪੰਜਾਬੀ ਸੂਬੇ ਦੀ ਮੂਵਮੈਂਟ ਚਲੀ। ਸੋ ਜਿਹੜੀ ਇੱਕ ਡਿਮਾਂਡ ਸੀ ਇੱਕ ਸਿੱਖ ਹੋਮਲੈਂਡ ਦੀ, ਇੱਕ ਸੈਪਰੇਟ ਸਿੱਖ ਸਟੇਟ ਦੀ, ਵਿਚ ਕੁਡ ਹੈਵ ਬੀਨ ਅ ਬਫਰ ਔਰ ਅ ਪਾਰਟ ਆਫ ਦ ਲਾਰਜਰ ਇੰਡੀਅਨ ਯੂਨੀਅਨ ਆਫ ਸਟੇਟਸ। ਹੁਣ ਉਹ ਯੂਨੀਅਨ ਦਾ ਕਨਸੈਪਟ ਆਪਣੇ ਸਾਹਮਣੇ ਧਰਾਸ਼ਾਹੀ ਹੋ ਰਿਹਾ ਜਦੋਂ ਯੂਨੀਅਨ ਸਿਵਲ ਕੋਡ ਦੀ ਗੱਲ ਹੋ ਰਹੀ ਹੈ, ਯੂਨੀਫਾਰਮ ਸਿਵਲ ਕੋਡ ਸਾਰੀ ਹੋ ਗਈ। ਸੋ ਆਹਿਸਤਾ ਆਹਿਸਤਾ ਉਸ ਵਕਤ ਜਿਹੜੇ ਅਸ਼ੋਰੈਂਸਿਸ ਮਾਈਨੋਰਿਟੀਜ਼ ਨੂੰ, ਉਹਨਾਂ ਰੀਜਨਸ ਨੂੰ ਦਿੱਤੇ ਗਏ ਸੀ, ਉਹਨਾਂ ਉੱਤੇ ਬੈਕ ਟਰੈਕਿੰਗ ਹੁੰਦੀ ਗਈ। ਨਾ ਤਾਂ ਲੈਂਗੁਏਜ ਦੇ ਪੱਖੋਂ, ਨਾ ਸੱਭਿਆਚਾਰ ਦੇ ਪੱਖੋਂ, ਦੇ ਕੁਡਨਟ ਗੈਟ ਦ ਪ੍ਰੋਮਿਸਿਸ ਫੁਲਫਿਲਡ। ਐਂਡ ਉਸ ਤੋਂ ਬਾਅਦ 16 ਸਾਲ ਦੀ ਸਟਰਗਲ ਤੋਂ ਬਾਅਦ ਪੰਜਾਬ ਦਾ ਅਲੱਗ ਜਿਹੜਾ ਛੋਟਾ ਰਾਜ ਸੀ, ਆਫਟਰ ਦ ਟ੍ਰਾਈਫਰਕੇਸ਼ਨ ਆਫ ਹਰਿਆਣਾ, ਹਿਮਾਚਲ ਐਂਡ ਪੰਜਾਬ ਗॉट ਇਨਟੂ ਪਿਕਚਰ। ਐਂਡ ਦੈਟ ਇਜ਼ ਦ ਟਾਈਮ ਵੈਨ ਦੇਅਰ ਲੀਡਰਸ਼ਿਪ possibly realize ਕਿ ਸਾਡੇ ਨਾਲ ਤਾਂ ਧੱਕਾ ਹੋ ਗਿਆ ਸੀ, ਐਡਾ ਵੱਡਾ ਪੰਜਾਬ ਚਾਹੁੰਦੇ ਸੀ, ਸਾਨੂੰ ਤਾਂ ਛੋਟੀ ਪੰਜਾਬ ਦੀ ਸੂਬੇ ਦੀ ਸੂਬੀ ਮਿਲ ਗਈ। ਉਸ ਤੋਂ ਬਾਅਦ ਇੱਕ ਵੱਖਰੇ ਲੈਵਲ ਦੀ ਮੂਵਮੈਂਟ ਸ਼ੁਰੂ ਹੋਈ। ਫਿਰ ਉਹ ਡਿਮਾਂਡ ਸਾਹਮਣੇ ਆਈਆਂ, ਧਰਮ ਯੁੱਧ ਮੋਰਚਾ ਲੱਗਿਆ, ਅਨੰਦਪੁਰ ਸਾਹਿਬ ਦਾ ਮਤਾ, ਐਂਡ ਦੈਨ ਇਟ ਵਾਸ ਅ ਬਲੱਡੀ ਕਲਾਈਮੈਕਸ ਅਪ ਟਿਲ ਦ ਧਰਮ ਯੁੱਧ ਮੋਰਚਾ, ਐਂਡ ਦੈਨ ਆਪਰੇਸ਼ਨ ਬਲੂ ਸਟਾਰ, ਦੈਟ ਇਜ਼ ਦ ਸੀਕਵਲ। ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਰਿਹਾ, ਐਂਡ ਫਾਈਨਲੀ 92 onwards ਔਰ 95 onwards ਪੰਜਾਬ ਦੇ ਵਿੱਚ ਨੋਰਮੈਲਸੀ ਆਈ, ਦ ਟਾਈਮ ਵੈਨ ਦ ਗਵਰਨਮੈਂਟਸ ਕੰਪਲੀਟਿਡ ਦੇਅਰ ਟਰਮਸ। ਸੋ ਆ ਪਿਛਲੇ 25-30 ਸਾਲ ਹੈਵ ਬੀਨ ਰਿਲੇਟਿਵਲੀ ਕਾਮ। ਸੋ ਇਹ ਸਭ ਦੇ ਵਿੱਚ ਖਾਲਿਸਤਾਨ ਦਾ ਇੱਕ ਜਿਹੜੀ ਡਿਮਾਂਡ ਹੈ 80s ਤੋਂ ਉਹ ਹੁੰਦੀ ਰਹੀ ਹੈ। ਲੇਕਿਨ ਅਰਲੀਅਰ ਇਟ ਵਾਸ ਨੈਵਰ ਅ ਡਿਮਾਂਡ ਫॉर ਖਾਲਿਸਤਾਨ, ਇਟ ਵਾਸ ਦ ਸਿੱਖ ਹੋਮਲੈਂਡ ਜਾਂ ਸਿੱਖ ਸਟੇਟ, ਐਂਡ ਮੇ ਬੀ ਇਟ ਵਾਸ ਅ ਪਾਰਟ ਆਫ ਇੰਡੀਆ। ਕਦੇ ਵੀ ਇਹ ਉਸ ਵਕਤ ਦੀ ਲੀਡਰਸ਼ਿਪ ਨੇ ਵੀ ਨਹੀਂ ਕਿਹਾ ਵੀ ਸਾਨੂੰ ਤੁਸੀਂ ਇੰਡੀਪੈਂਡੈਂਟ ਸਟੇਟ ਦਿਓ, ਰਾਈਟ। ਸੋ ਮੰਗਦੇ ਵੀ ਸੀ ਲੋਕ ਬਹੁਤ ਸੇ, ਲੇਕਿਨ ਜਿਹੜੀ ਮੈਜੋਰਿਟੀ ਲੀਡਰਸ਼ਿਪ ਸੀ ਉਹ ਮੰਨਦੀ ਸੀ ਵੀ ਠੀਕ ਹੈ ਵਿਦ ਇਨ ਦ ਲਾਰਜਰ ਯੂਨੀਅਨ ਆਫ ਇੰਡੀਆ, ਜਿੱਥੇ ਸਾਡਾ ਮਹਿਫੂਜ਼ ਰਹੇ ਸਾਡਾ ਸੱਭਿਆਚਾਰ ਸਾਡਾ। ਹੁਣ ਇੱਥੇ ਉਹ ਸਾਰੀਆਂ ਚੀਜ਼ਾਂ ਤੋਂ ਤਾਂ ਡਿਬੰਕ ਹੁੰਦਾ ਜਾ ਰਿਹਾ ਨਾ। ਤੁਸੀਂ ਲੈਂਗੁਏਜ ਦੇ ਪੱਖੋਂ ਹਿੰਦੀ ਨੂੰ ਲੈਂਗੁਏਜ ਨੂੰ ਇਨਫੋਰਸ ਕਰਨਾ ਚਾਹ ਰਹੇ ਹੋ, ਤੁਸੀਂ ਹੁਣ ਯੂਨੀਫਾਰਮ ਸਿਵਲ ਕੋਡ ਤੱਕ ਦੀ ਗੱਲ ਹੋਣੀ ਸ਼ੁਰੂ ਹੋ ਚੁੱਕੀ ਹੈ। ਸੋ ਓਵਰਆਲ ਦਿਸ ਡੈਕੇਡਸ ਯੂ ਹੈਵ ਡਾਇਲੂਟਡ what the position your leaders adopted, your assurances you backed out, Jawaharlal Nehru backed out, Congress leadership backed out. What was assured to the minorities they could not be lived up to. This is the background. So ਹੁਣ ਇਹ ਜਨਾਬ ਕਿ ਇਹਨਾਂ ਨੂੰ ਖਾਲਿਸਤਾਨੀ ਕਹਿ ਰਹੇ ਨੇ, I fail to understand. Because ਸਾਨੂੰ ਇੱਥੇ ਦਾ ਪ੍ਰੋਬਲਮ ਹੈ ਨਾ ਕਿ ਕਮਿਊਨਿਟੀ ਦੇ ਵਿੱਚ ਵੀ ਲੋਕਾਂ ਨੂੰ ਨਹੀਂ ਪਤਾ ਕਿ this has been the, ਇਹ ਹਿਸਟਰੀ ਹੈ, these are the facts. ਹੁਣ ਤੁਸੀਂ ਨੋਸ਼ਨਸ ਜੋ ਮਰਜ਼ੀ ਕ੍ਰੀਏਟ ਕਰ ਲਓ, ਠੀਕ ਹੈ ਨਾ। ਐਂਡ ਆਲ ਥੀਸ ਈਅਰਸ ਬਹੁਤ ਚੀਜ਼ਾਂ ਹੋਈਆਂ ਨੇ। ਫਿਰ 1984 ਦਾ ਸਿੱਖ ਕਤਲੇਆਮ ਹੋਇਆ, ਆਪਰੇਸ਼ਨ ਬਲੂ ਸਟਾਰ ਹੋਇਆ, ਯੂ ਨੋ ਦ ਆਪਰੇਸ਼ਨਸ ਵਰ ਟੋਟਲੀ ਅਨਐਕਸੈਪਟੇਬਲ। ਫੌਜ ਨੂੰ ਲਿਆ ਕੇ ਦਰਬਾਰ ਸਾਹਿਬ ਤੇ ਹਮਲਾ ਕਰਾਤਾ ਗਿਆ, ਉਹ ਕੁੜੱਤਨ ਵੱਧਦੀ ਗਈ, ਦੈਟ ਏਲੀਨੇਸ਼ਨ ਵੈਂਟ ਔਨ, ਯੂ ਨੋ। ਉਸ ਤੋਂ ਬਾਅਦ ਦਮਨ ਹੋਇਆ, ਹਿਊਮਨ ਰਾਈਟਸ ਅਟਰੋਸਿਟੀਜ਼ ਹੋਈਆਂ। ਇਹ ਜਨਾਬ ਜਿਹੜੇ ਖਾਲਿਸਤਾਨੀਆਂ ਦੀ ਗੱਲ ਕਰਦੇ ਨੇ, ਆਈ ਵਾਸ ਜਸਟ
ਮੈਂ ਪਿੱਛੇ ਇੱਕ ਆਪਣੇ ਵੀਡੀਓ ਦੇ ਵਿੱਚ ਵੀ ਕਿਹਾ ਹੈ ਕਿ ਅੱਜ ਜਿਹੜੇ ਇੱਥੇ ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਜਿਹੜੇ ਲੋਕ ਖਾਲਿਸਤਾਨ ਦੇ ਝੰਡੇ ਚੁੱਕ ਕੇ ਨੌਜਵਾਨ ਘੁੰਮ ਰਹੇ ਨੇ ਉਹ ਕੌਣ ਹੈਗੇ ਨੇ? ਹੈਵ ਯੂ ਟਰਾਈ ਟੂ ਬੋਦਰ? ਆਰ ਦੇ ਟੋਟਲੀ ਦ ਗਾਇਜ਼ ਹੂ ਆਰ ਮਾਈਂਡ ਵਾਸ਼ਡ or they may be the next generation of the people who had been who had fled Punjab 80s 90s ਦੇ ਵਿੱਚ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਭੱਜੇ ਉੱਥੇ। ਮੈਨੂੰ ਯਾਦ ਹੈ in 1992 I must be around 15-16 ਤੇ ਮੈਂ ਸਾਈਕਲ ਤੇ ਟਿਊਸ਼ਨ ਪੜਨ ਜਾਇਆ ਕਰਦਾ ਸੀ ਐਂਡ ਪੀਪਲ ਯੂਜ਼ ਟੂ ਕੌਸ਼ਨ ਮੀ ਕਿ ਨਾ ਜਾਇਆ ਕਰੋ ਸਵੇਰੇ 5 ਵਜੇ ਬਿਕੋਜ਼ ਮੋਹਾਲੀ ਦੇ ਵਿੱਚ ਜਾਂਦਾ ਸੀ ਐਂਡ ਇਟ ਵਾਸ ਮੋਹਾਲੀ। ਉਹ ਕਹਿੰਦੇ ਇੱਥੇ ਕੋਈ ਟੀਨੇਜਰ ਨਜ਼ਰ ਆਉਂਦਾ ਜਿਹਦੇ ਸਿਰ ਤੇ ਪਟਕਾ ਬੰਨਿਆ ਹੁੰਦਾ ਉਹ ਤੋਂ ਪੁਲਿਸ ਚੱਕ ਕੇ ਥਾਣੇ ਲੈ ਜਾਂਦੀ ਸੀਗੀ। they used to be either eliminated or they used to be used to recover huge weapons ਨਿਕਾਲेंगे ਫਿਰ ਉਸको weapons ਨਹੀਂ ਕਿ ਪੈਸਾ ਮੰਗਦੇ ਸੀ ਉਹਨਾਂ ਤੋਂ। ਇਹੋ ਜਿਹੇ ਬਹੁਤ ਕੇਸਿਸ ਹੋਏ। ਸੋ ਜਿਹੜੇ ਨੌਜਵਾਨ ਸੀ ਬੱਚਿਆਂ ਨੇ ਆਪਣੇ ਬੱਚੇ ਦੇ ਬੱਚੇ ਕਿਸੇ ਨੇ ਆਸਟ੍ਰੇਲੀਆ ਕੱਢਤੇ ਕਿਸੇ ਨੇ ਨਿਊਜ਼ੀਲੈਂਡ ਕੱਢਤੇ ਕੈਨੇਡਾ ਕੱਢਤੇ ਉਹ ਜਨਰੇਸ਼ਨ ਅੱਜ they are there so today ਜੋ ਖਾਲਿਸਤਾਨ ਦੇ ਝੰਡੇ ਚੱਕ ਕੇ ਘੁੰਮ ਰਹੇ ਨੇ whatever they are doing you might just not like it but you don't know what their past is ਤੁਹਾਨੂੰ ਕੁਝ ਨਹੀਂ ਪਤਾ you're totally ਤੁਸੀਂ ਇਲ ਕੁੱਕੜ ਨਹੀਂ ਪਤਾ ਪੰਜਾਬੀ ਚ ਕਹਿੰਦੇ ਤੁਹਾਨੂੰ ਛੱਕੂ नहीं पता then you're talking about खालिस्तान and खालिस्तानीज। तो जो इस हिस्ट्री से नहीं वाकिफ है उसको तो नहीं मालूम है और उसके लेकिन फिर एक प्रोपेगेंडा जो फैला हुआ है और 2014 से पहले मुझे भी खुद नहीं याद आ रहा है ऐसे कोई अगर वाकया भी हुआ है कि किसी फॉरेन मिशन में जाके हिंदुस्तान का झंडा जो है खींचा गया नीचे फेंका गया फिर उसको किया गया। 2014 के बाद से मुझे लग रहा है कि ये बढ़ गया है कि अब बहुत रेगुलरली और ख़ास करके फार्मर्स एसोसिएशन के बाद बहुत रेगुलरली खालिस्तान की बातें हो रही है। तो मुझे तो लग रहा है कि शायद 2024 की तरफ क्योंकि हम जा रहे हैं तो ये भी एक इशू है जो उसके जो है जिसको बढ़ा चढ़ा के एक हिंदू वोट को कंसोलिडेट किया जा सकता है। क्या आपको लग रहा है कि ऐसे एक्टर्स को बढ़ावा देने की वजह से वोट तो अलग मसला है वो तो आता रहेगा कोई भी किसी को इलेक्शन में वोट दे सकता है लेकिन जो सोशल फैब्रिक की बात हो रही है जो यहाँ पे कोई भी यूट्यूबर उसके बारे में नहीं बात करता है कि इंडिया का जो एक सोशल फैब्रिक है उस पर बहुत ज़्यादा फर्क पड़ रहा है ऐसे वीडियोज़ ऐसे यूट्यूबर्स या फिर ऐसे गोदी मीडिया सो कॉल्ड उनके जो ब्रॉडकास्ट हो रहे हैं इससे उस पर बहुत ज़्यादा फर्क पड़ रहा है। और अगर आप पेट्रियट हैं देशभक्त हैं ख़ुद को क्लेम करते हैं नेशनलिस्ट हैं तो एक नेशनलिस्ट की तरफ से कम ऐसी बातें नहीं होनी चाहिए जो आपके ही जो है आधार को कमज़ोर कर दें। तो क्या आपको लगता है कि ये बात भी एक है जो शायद सोसाइटी को सोचना चाहिए? ਭਾਰਤ ਹਿੰਦੁਸਤਾਨ ਦੀ ਫੌਜ ਦੇ ਵਿੱਚ ਬਹੁਤ ਵੱਡਾ ਹਿੱਸਾ ਸਭ ਤੋਂ ਵੱਡਾ ਹਿੱਸਾ ਤੇ ਉਸ ਲਈ ਕੁਰਬਾਨੀਆਂ ਦੇਣ ਵਾਲਾ ਸਭ ਤੋਂ ਵੱਡਾ ਹਿੱਸਾ ਕਿਹੜੇ ਕਮਿਊਨਿਟੀ ਦਾ ਤੁਸੀਂ ਦੱਸ ਦਿਓ। ਸਿੱਖੋ ਦਾ ਠੀਕ ਹੈ ਇਤਿਹਾਸਿਕ ਹਿਸਟੋਰੀਕਲੀ ਚਾਹੇ ਵਾਰ ਆਫ ਇੰਡੀਪੈਂਡੈਂਸ ਹੋਵੇ ਤੁਸੀਂ ਕੋਈ ਵੱਡੀ ਮੂਵਮੈਂਟ ਚੱਕ ਲਓ ਤੁਸੀਂ ਦੇਸ਼ ਦੀ ਐਮਰਜੈਂਸੀ ਜਦੋਂ ਮਿਡ 70s ਲੱਗੀ ਸੀ ਯੂ ਵੋਂਟ ਬਿਲੀਵ ਕਿ ਜਿਨ੍ਹਾਂ ਨੂੰ ਇਹ ਜਨਾਬ ਕਹਿ ਰਹੇ ਨੇ ਇਨਸੀਨੂਏਟ ਕਰ ਰਹੇ ਨੇ ਖਾਲਿਸਤਾਨੀ ਸਭ ਤੋਂ ਜ਼ਿਆਦਾ ਜਿਹੜੇ ਜੱਥੇ ਤੁਰਿਆ ਕਰਦੇ ਸੀ ਐਂਡ ਸੀ ਥੀਸ ਪੀਪਲ ਹੁਣ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਦੇ ਡੋਨਟ ਨੋ ਹਿਸਟਰੀ ਅਕਾਲ ਤਖਤ ਤੋਂ ਜੱਥੇ ਜਾਇਆ ਕਰਦੇ ਸੀਗੇ ਤੇ ਜੱਥੇ ਸਿਰ ਦੇ ਉੱਤੇ ਬੰਨ ਕੇ ਆਪਣੇ ਦੇ ਵਰ ਦ ਵਾਲੰਟੀਅਰਸ ਮਰਜੀਬੜੇ ਤਿਆਰ ਕੀਤੇ ਅਕਾਲੀ ਦਲ ਲੈਡ ਦਿਸ ਮੂਵਮੈਂਟ ਟੂ oppose Indira Gandhi and the repression, the state repression. ਅਕਾਲ ਤਖਤ ਤੋਂ ਜਾਂਦੇ ਸੀ ਐਂਡ the problem Indira Gandhi ਦੀ ਟਰਬਲ ਇਹ ਸੀ ਉਹਨੇ ਤਾਂ ਕਰਕੇ ਪੰਜਾਬ ਦੇ ਵਿੱਚ ਇੰਨੀ ਇੰਟਰਫੇਅਰ ਕੀਤੀ ਜਿਸ ਦਾ ਫਿਰ ਬਲੱਡੀ ਆਫਟਰਮਾਥ ਆਪਾਂ ਆਪਰੇਸ਼ਨ ਬਲੂ ਸਟਾਰ ਵਿੱਚ ਵੇਖਿਆ। ਇੰਦਰਾ ਗਾਂਧੀ ਨੂੰ ਸਭ ਤੋਂ ਜ਼ਿਆਦਾ ਦਿੱਕਤ ਬਸ ਸਿੱਖਾਂ ਤੋਂ ਸੀਗੀ ਜਾਂ ਅਕਾਲ ਤਖਤ ਤੋਂ ਸੀਗੀ ਜਾਂ ਜਿੱਥੋਂ ਜੱਥੇ ਮੂਵ ਕਰਿਆ ਕਰਦੇ ਸੀ। ਉਹ ਕਹਿੰਦੀ ਸੀ she told it to ਗੁਰਚਰਨ ਸਿੰਘ ਟੌੜਾ ਕਿ ਮੈਨੂੰ ਪ੍ਰੋਬਲਮ ਇਹ ਹੈ ਕਿ ਤੁਸੀਂ ਅਕਾਲ ਤਖਤ ਤੋਂ ਜੱਥੇ ਭੇਜ ਦਿਓ ਮੇਰੇ ਖਿਲਾਫ। ਹੁਣ ਉਹਨੂੰ ਲੱਗਦਾ ਸੀ ਸਾਡੀ ਪੋਲਿਟਿਕਸ ਦੇ ਵਿੱਚ ਇੰਟਰਫੇਰੈਂਸ ਹੈ ਬਟ ਇਟ ਵਾਸ ਦ ਬੇਸਿਕ ਹਿਊਮਨ ਰਾਈਟਸ। ਆਪਰੇਸ਼ਨ ਦੇ ਖਿਲਾਫ ਕਿਸੇ ਵੀ ਕਿਸਮ ਦੀ ਜੇ ਆਜ਼ਾਦੀ ਤੇ ਅੰਕੁਸ਼ ਲੱਗੇਗਾ ਤਾਂ ਉਹ ਜਿਹੜੇ ਜੱਥੇ ਉੱਥੋਂ ਸੋ ਆਪਾਂ ਚਾਹੇ ਦੇਸ਼ ਦੀ ਕੁਰਬਾਨੀ ਦੇਸ਼ ਦੀ ਆਜ਼ਾਦੀ ਲਈ ਲੜਾਈ ਹੋਈ ਚਾਹੇ ਉਹ ਕਿਸੇ ਜੰਗ 'ਚ ਚਾਹੇ ਪਾਕਿਸਤਾਨ ਦੇ ਖਿਲਾਫ ਜੰਗ ਲੱਗੀ ਚੀਨ ਦੇ ਖਿਲਾਫ ਜੰਗ ਲੱਗੀ ਅੱਜ ਵੀ ਜਦੋਂ ਆ ਪਿਛਲੇ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਇੱਕ ਬਰੂਦ ਗਿਰਿਆ ਗੋਲੀਆਂ ਚੱਲੀਆਂ ਇੱਕ ਟਰੱਕ ਸੜ ਗਿਆ ਉਸ ਦੇ ਵਿੱਚ 4 ਸਿੱਖ ਸਾਡੇ ਸਿਪਾਹੀ ਜਿਹੜੇ ਸੀਗੇ ਫੌਜੀ ਸ਼ਹੀਦ ਹੋਏ ਜਿਉਂਦੇ ਸੜਦੇ ਪਏ ਸੀ ਲੋਕਾਂ ਨੇ ਤਸਵੀਰਾਂ ਵੀ ਨਹੀਂ ਦੇਖ ਪਾਏ। ਇਹ ਕਿਹੜੇ ਖਾਲਿਸਤਾਨੀ ਦੀ ਗੱਲ ਕਰਦੇ ਕਿਹੜੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਚਾਹ ਰਹੇ ਨੇ ਆਈ ਫੇਲ ਟੂ ਅੰਡਰਸਟੈਂਡ। ਹਾਂ ਇਹ ਜਿਹੜਾ ਇਸ਼ੂ ਦੇਖੋ ਇਹੋ ਜਿਹੇ ਬਹੁਤ ਸੇ ਲੋਕ ਕਮੈਂਟ ਵੀ ਕਰਨਗੇ ਇਸ ਵੀਡੀਓ ਤੇ ਆਮ ਸ਼ੋਰ ਉਹ ਕਹਿੰਦੇ ਇਹੋ ਜਿਹੇ ਭੌਂਕੇ ਜਿਹੜੇ ਲੋਕ ਨੇ ਨਾ ਉਹਨਾਂ ਦੇ ਜ਼ਿਆਦਾ ਤਰਜੀਹ ਦੇਣ ਦੀ ਲੋੜ ਨਹੀਂ। ਅਸੀਂ ਇਹਨਾਂ ਭੌਂਕਿਆਂ ਦੇ ਤਰਜੀਹ ਨਹੀਂ ਦੇ ਰਹੇ। ਸਾਡਾ ਕੁਐਸਚਨ ਹੈ ਕਿ ਇਹਨਾਂ ਨੂੰ state tolerate क्यों करती पई है? Why is the Indian state tolerating this nonsense? We know
ਕਿ ਅੱਜ ਸਾਨੂੰ ਇੱਥੇ ਬੈਠ ਕੇ ਗੌਰਵ ਆਰਿਆ ਵਰਗਿਆਂ ਤੇ ਵੀਡੀਓ ਬਣਾਉਣ ਦੀ ਲੋੜ ਨਹੀਂ, ਗਿਵਨ ਦਾ ਫੈਕਟ ਕਿ ਜਿੰਨੀ ਕਿ ਇਹਨਾਂ ਦੀ ਅਕਲ ਹੈ, ਜਿੰਨੀ ਕਿ ਇਹਨਾਂ ਦੀ ਨੌਲੇਜ ਹੈ, ਜਿੰਨੀ ਕਿ ਇਹਨਾਂ ਨੂੰ ਹਿਸਟਰੀ ਦੀ ਜਾਣਕਾਰੀ ਹੈ। ਤੇ ਜੇ ਕਦੇ ਖਾਲਿਸਤਾਨ ਦੀ ਮੂਵਮੈਂਟ ਦੇ ਉੱਤੇ ਤੇ ਦੇਸ਼ ਦੇ ਵਿੱਚ ਅੱਤਵਾਦ ਖਾੜਕੂਵਾਦ ਦੇ ਉੱਤੇ ਗੱਲ ਕਰਨੀ ਹੋ ਤਾਂ ਆਪਾਂ ਉਸ ਉੱਤੇ ਵੀ ਗੱਲ ਕਰ ਲਾਂਗੇ। ਉਹਦੇ ਚ ਇਕੱਲਾ ਇੱਕ ਪਾਰਟ ਨਹੀਂ ਹੈਗਾ ਸਟੋਰੀ ਦਾ, ਬਹੁਤ